ਵੋਟਿੰਗ ਲਈ ਪੰਜਾਬ ਤਿਆਰ ਕੱਲ੍ਹ ਈਵੀਐਮ ਦੇ ਵਿੱਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ ਦਾ ਤੇ ਵੱਡੇ ਚਿਹਰਿਆਂ ਦੀ ਸਾਖ। ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਸ਼ਹਿਰ ਵਧੀ ਪੁਲਿਸ ਤੇ ਪੈਰਾਮਿਲਟਰੀ ਦੀ ਤੈਨਾਤੀ, ਚੱਪੇ ਤੇ ਰੱਖੀ ਜਾ ਰਹੀ ਹੈ ਨਜ਼ਰ। ਪ੍ਰਧਾਨ ਮੰਤਰੀ ਮੋਦੀ ਨੇ ਅਫਗਾਨੀ ਸਿੱਖਾਂ ਦੇ ਵਫਦ ਨਾਲ ਕੀਤੀ ਮੁਲਾਕਾਤ। ਸਿੱਖਾਂ ਨੇ ਅਫਗਾਨਿਸਤਾਨ ਤੋਂ ਵਾਪਸੀ ਲਈ ਚੁੱਕੇ ਕਦਮਾਂ ਦੇ ਲਈ ਪੀਐਮ ਦਾ ਕੀਤਾ ਸ਼ੁਕਰੀਆ। ਕੱਲ੍ਹ ਸਿੱਖ ਆਗੂਆਂ ਨੂੰ ਮਿਲੇ ਸਨ ਪ੍ਰਧਾਨ ਮੰਤਰੀ। ਪ੍ਰਚਾਰ ਦੇ ਰੌਲੇ ਤੋਂ ਵਿਹਲੇ ਹੋ ਕੇ ਪ੍ਰਮਾਤਮਾ ਦੇ ਦਰ ਤੇ ਪਹੁੰਚ ਰਹੇ ਨੇ ਸਿਆਸਤਦਾਨ। ਸੀਐਮ ਚੰਨੀ ਨੇ ਕਤਲਗੜ੍ਹ ਸਾਹਿਬ ਦੇ ਵਿੱਚ ਟੇਕਿਆ ਮੱਥਾ, ਪਤਨੀ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ ਤਾਂ ਰਾਘਵ ਚੱਡਾ ਨੇ ਕੀਤੇ ਮਨਸਾ ਦੇਵੀ ਮੰਦਿਰ ਦੇ ਦਰਸ਼ਨ। ਬਾਗੀਆਂ ਤੇ ਕਾਂਗਰਸ ਦਾ ਐਕਸ਼ਨ ਲਗਾਤਾਰ ਜਾਰੀ। ਹੁਣ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਨੂੰ ਪਾਰਟੀ ਤੋਂ ਕੱਢਿਆ। ਕੱਲ ਤਰਸੇਮ ਡੀਸੀ ਤੇ ਅਮਰੀਕ ਢਿੱਲੋਂ ਨੂੰ ਕੀਤਾ ਸੀ ਬਾਹਰ। ਚੋਣਾਂ 'ਚ ਕਿਸੇ ਇੱਕ ਪਾਰਟੀ ਦੇ ਨਾਲ ਜਾਣ ਤੋਂ ਡੇਰਾ ਸਿਰਸਾ ਕਰ ਸਕਦਾ ਹੈ ਕਿਨਾਰਾ। ਹਲਕਿਆਂ ਦੇ ਹਿਸਾਬ ਦੇ ਨਾਲ ਹਮਾਇਤ ਦੇਣ ਦੀ ਚਰਚਾ। ਅੱਜ ਸ਼ਾਮ ਤੱਕ ਪ੍ਰੇਮੀਆਂ ਦੇ ਨਾਮ ਸੰਦੇਸ਼ ਜਾਰੀ ਕਰ ਦੇਵੇਗਾ ਰਾਮ ਰਹੀਮ। ਵਿਧਾਨ ਸਭਾ ਚੋਣਾਂ ਦੇ ਵਿੱਚ ਨਿਊਜ਼ 18 ਨੇ ਜਮਾਇਆ ਬਾਦਸ਼ਾਹ ਦਾ ਸਿੱਕਾ। ਬਣਿਆ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਡਿਜੀਟਲ ਪਲੇਟਫਾਰਮ। 198 ਮਿਲੀਅਨ ਵਿਊਜ਼ ਦੇ ਨਾਲ ਬਣਿਆ ਨੰਬਰ 1। ਕੋਈ ਨਹੀਂ ਨੇੜੇ ਤੇੜੇ। ਮਾਲਵੇ ਦਾ ਮੂਡ ਕੀ ਹੈ ਮਾਝੇ ਦੇ ਮਨ ਚ। ਦੁਆਬਾ ਦਿਲ ਤੋਂ ਦੇਵੇਗਾ ਸਾਥ। ਕਾਂਗਰਸ ਦੀ ਰਣਨੀਤੀ ਦਾ ਕਿੱਸਾ। ਅਕਾਲੀ ਦਲ ਦਾ ਦਾ ਪੇਚ। ਆਪਦੀ ਚੁਣਾਵੀ ਵਿਸਾਤ। ਭਾਜਪਾ ਗੱਠਜੋੜ ਦੀ ਸਿਆਸੀ ਖੇਡ। ਦੇਖੋ ਪੰਜਾਬ ਚੋਣਾਂ ਦੀ ਹਰ ਅਪਡੇਟ ਸਭ ਤੋਂ ਸਟੀਕ, ਸਭ ਤੋਂ ਪਹਿਲਾਂ ਸਿਰਫ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਸਭ ਤੋਂ ਵੱਡੀ ਕਵਰੇਜ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਨਿਊਜ਼ 18 ਪੰਜਾਬ ਦੀ ਮਹਾਂ ਕਵਰੇਜ ਦੇ ਸਵਾਗਤ ਹੈ। ਮਹਾਂ ਕਵਰੇਜ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ ਕੁਝ ਹੀ ਘੰਟੇ ਬਾਕੀ ਬਚੇ ਨੇ। ਕੁਝ ਹੀ ਘੰਟਿਆਂ ਬਾਅਦ ਕੱਲ ਸੂਬੇ ਦੀ ਜਨਤਾ, ਸੂਬੇ ਦੇ ਵੋਟਰ ਵੋਟ ਦੇ ਹੱਕ ਦਾ ਇਸਤੇਮਾਲ ਤੈਅ ਕਰਨਗੇ, ਜਿਸ ਤੋਂ ਬਾਅਦ ਸਾਫ਼ ਹੋਵੇਗਾ ਕਿ 2022 ਦੇ ਸਿੰਘਾਸਣ ਤੱਕ ਦਾ ਸਫ਼ਰ ਕੌਣ ਤੈਅ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਔਰ ਲਗਾਤਾਰ ਮਹਾ ਕਵਰੇਜ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ 2022 ਦਾ ਸਿਆਸੀ ਅਖਾੜਾ ਪੱਕੇਗਾ। ਔਰ ਖਾਸ ਤੌਰ ਤੇ ਸਵੇਰੇ 5 ਵਜੇ ਤੋਂ ਲਗਾਤਾਰ ਮਹਾ ਕਵਰੇਜ ਜਿਹੜੀ ਹੈ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਤੁਸੀਂ ਵੇਖ ਸਕਦੇ ਹੋ। ਚੋਣਾਂ ਇਜ਼ ਇਕੁਅਲ ਟੂ ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ। ਜੀ ਹਾਂ, ਲਗਾਤਾਰ ਮੈਗਾ ਕਵਰੇਜ ਚੱਲ ਰਹੀ ਹੈ ਔਰ ਹਰ ਇੱਕ ਹਲਕੇ ਦਾ ਹਾਲ ਜਿਹੜਾ ਹੈ ਗਰਾਊਂਡ ਤੋਂ ਤੁਹਾਨੂੰ ਵਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਹੈ। ਤੇ ਹੁਣ ਵੀ ਇੱਕ ਸੀਟ ਜਿਹੜੀ ਹੈ ਉਹ ਡਿਸਕਸ ਕੀਤੀ ਜਾ ਰਹੀ ਹੈ। ਤੁਹਾਡੇ ਤੱਕ ਵਿਚਾਰ ਚਰਚਾ ਜਿਹੜੀ ਕਰਕੇ ਉਹ ਹਾਲ ਵਿਖਾਇਆ ਜਾ ਰਿਹਾ ਕਿ ਕਿਹੜੇ ਉਮੀਦਵਾਰ ਜਿਹੜੇ ਨੇ ਕਿਹੜੀ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ, ਕਿਉਂਕਿ 117 ਸੀਟਾਂ ਤੇ ਮਹਾ ਮੁਕਾਬਲਾ ਇਸ ਨੂੰ ਕਹਿ ਸਕਦੇ ਆ, ਕਿਉਂਕਿ ਇਸ ਵਾਰ ਸਿਰਫ 2 ਜਾਂ 3 ਸੀਟਾਂ ਜਿਹੜੇ 3 ਪਾਰਟੀਆਂ ਨਹੀਂ ਹਨ, ਬਲਕਿ ਬਾਕੀ ਜਿਹੜੇ ਨੇ ਉਹ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਤਸਵੀਰਾਂ ਤੋਂ ਸ਼ੁਰੂਆਤ ਕਰਾਂਗੇ 2022 ਦੇ ਸਿਆਸੀ ਅਖਾੜੇ ਨੂੰ ਲੈ ਕੇ। 10 ਤਸਵੀਰਾਂ ਦੇ ਜ਼ਰੀਏ ਬਿਆਨ ਕਰਾਂਗੇ, ਦਰਸ਼ਕਾਂ ਨੂੰ ਵਿਖਾਵਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ, ਕਿਉਂਕਿ ਪੰਜਾਬ ਦੇ ਵੋਟਰਾਂ ਨੇ ਕੱਲ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈ। ਵੱਖ-ਵੱਖ ਜਗ੍ਹਾਵਾਂ ਤੇ ਤਸਵੀਰਾਂ ਵਿਖਾ ਰਹੇ ਹਾਂ। ਬਠਿੰਡਾ, ਰੋਪੜ, ਮੋਗਾ, ਫਰੀਦਕੋਟ, ਜਲੰਧਰ, ਤਲਵੰਡੀ ਸਾਬੋ, ਅਨੰਦਪੁਰ ਸਾਹਿਬ, ਮਲੋਟ, ਬਰਨਾਲਾ ਤੇ ਸੰਗਰੂਰ। तो खास तौर पे ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਬਠਿੰਡਾ, ਰੋਪੜ, ਮੋਗਾ, ਫਰੀਦਕੋਟ, ਜਲੰਧਰ, ਤਲਵੰਡੀ ਸਾਬੋ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ ਵੋਟਿੰਗ ਦੇ ਲਈ ਔਰ ਲੋਕਾਂ ਨੂੰ ਜਿਹੜਾ ਕਿ ਸੁਨੇਹਾ ਉਹ ਫੋਰਸਿਸ ਪਹੁੰਚਾ ਰਹੀਆਂ ਨੇ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਤੈਨਾਤੀ ਕੀਤੀ ਹੋਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਬਰਨਾਲਾ ਦੀ ਗੱਲ ਕਰੀਏ, ਸੰਗਰੂਰ ਦੀ ਗੱਲ ਕਰੀਏ, ਮਾਲਵਾ ਖੇਤਰ ਹੈ, ਮਲੋਟ, ਅਨੰਦਪੁਰ ਸਾਹਿਬ, ਤਲਵੰਡੀ ਸਾਬੋ, ਬਠਿੰਡਾ, ਰੋਪੜ, ਮੋਗਾ, ਫਰੀਦਕੋਟ, ਜਲੰਧਰ ਨੂੰ ਛੱਡ ਕੇ ਬਾਕੀ ਸਾਰੇ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਮਾਲਵਾ ਖੇਤਰ ਨੇ ਔਰ ਜਲੰਧਰ ਦੁਆਬੇ ਦੇ ਵਿੱਚ ਪੈਂਦਾ ਹੈ। ਸੋ ਪੂਰੇ ਪੰਜਾਬ ਦੇ ਵਿੱਚ ਪੂਰੀ ਤਿਆਰੀ ਹੈ ਵੋਟਿੰਗ ਦੇ ਲਈ। ਹਰ ਤਰ੍ਹਾਂ ਦੇ ਨਾਲ ਵੋਟਿੰਗ ਸੈਂਟਰ ਜਿਹੜੇ ਨੇ ਉੱਥੇ ਸੁਰੱਖਿਆ ਸਭ ਤੋਂ ਪਹਿਲਾ ਕੰਮ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਤੈਨਾਤੀ ਕਰਨੀ ਹੈ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਵੋਟਿੰਗ ਦੇ ਲਈ ਪੰਜਾਬ ਤਿਆਰ ਹੈ, ਪੁਲਿਸ ਪ੍ਰਸ਼ਾਸਨ ਵੀ ਤਿਆਰ-ਬਰ ਤਿਆਰ ਹੈ ਤੇ ਵੋਟਰ ਵੀ ਤਿਆਰ-ਬਰ ਤਿਆਰ ਨੇ। ਵੋਟਰ ਵੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿਉਂਕਿ ਆਪਣੇ ਆਪ ਦੇ ਵਿੱਚ ਲੋਕਤੰਤਰ ਦਾ ਕੱਲ ਸਭ ਤੋਂ ਵੱਡਾ ਤਿਉਹਾਰ ਹੈ। ਪੰਜਾਬ ਦੇ ਲਿਹਾਜ਼ ਨਾਲ ਕੱਲ ਬਹੁਤ ਵੱਡਾ ਦਿਨ ਹੈ ਕਿਉਂਕਿ ਕੱਲ
ਪੰਜਾਬ ਦੇ ਵੋਟਰਾਂ ਨੇ ਤੈਅ ਕਰਨਾ ਹੈ ਕਿ ਆਖਿਰਕਾਰ 2022 ਦੇ ਸਿੰਘਾਸਣ ਤੱਕ ਦਾ ਸਫ਼ਰ ਕੌਣ ਤੈਅ ਕਰਦਾ ਹੈ, ਸੀਐਮ ਦੀ ਕੁਰਸੀ ਤੇ ਬਿਰਾਜਮਾਨ ਕੌਣ ਹੁੰਦਾ ਹੈ। ਸੋ ਵੱਖ-ਵੱਖ ਜਗ੍ਹਾਵਾਂ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਤਸਵੀਰਾਂ ਦੇ ਜ਼ਰੀਏ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੱਲ ਦੀ VOTING ਨੂੰ ਲੈ ਕੇ, ਕੱਲ ਦੀਆਂ ਚੋਣਾਂ ਨੂੰ ਲੈ ਕੇ। ਕੱਲ ਠੀਕ 8 ਵਜੇ VOTING ਦੀ ਸ਼ੁਰੂਆਤ ਹੋਵੇਗੀ ਤੇ ਸ਼ਾਮ ਨੂੰ 6 ਵਜੇ ਤੱਕ VOTING ਦਾ ਸਿਲਸਿਲਾ ਜਾਰੀ ਰਹੇਗਾ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਇਸ ਤੋਂ ਇਲਾਵਾ ਰੋਪੜ, ਜਲੰਧਰ, ਮੋਗਾ ਤੇ ਫਰੀਦਕੋਟ ਦੀਆਂ, ਕਿਉਂਕਿ ਕੱਲ ਪੰਜਾਬ ਦੇ ਵਿੱਚ VOTING ਹੈ। ਕੱਲ ਪੰਜਾਬ ਦੀ ਜਨਤਾ ਦੇ ਲਈ, ਪੰਜਾਬ ਦੇ ਵੋਟਰਾਂ ਦੇ ਲਈ ਵੱਡਾ ਦਿਨ ਹੈ। ਬਿਲਕੁਲ ਸੋਹਾਈ ਹੁਣ ਜਨਤਾ ਦੀ ਵਾਰੀ ਰੋਪੜ ਔਰ ਜਲੰਧਰ, ਮੋਗਾ ਤੇ ਫਰੀਦਕੋਟ ਔਰ ਕੱਲ ਪੰਜਾਬ ਦੇ ਵਿੱਚ VOTING ਹੈ। ਸੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਕਿਉਂਕਿ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿੱਥੇ ਇਲੈਕਸ਼ਨ ਕਮਿਸ਼ਨ ਦੀ ਵੀ ਔਰ ਉੱਥੇ ਦੂਸਰੇ ਪਾਸੇ ਲੋਕਾਂ ਦੀ ਇਸ ਤੋਂ ਪਹਿਲਾਂ ਵੱਡੀ ਜ਼ਿੰਮੇਵਾਰੀ ਹੈ ਕਿ ਕਿਵੇਂ ਉਹਨਾਂ ਦੇ ਵੱਲੋਂ ਆਪਣੇ ਹੱਕ ਦਾ ਇਸਤੇਮਾਲ ਕੀਤਾ ਜਾਵੇ। ਔਰ ਸਭ ਨੂੰ ਅਪੀਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਲਗਾਤਾਰ ਕਰ ਰਿਹਾ ਕਿ ਆਪਣੇ ਹੱਕ ਦਾ ਜ਼ਰੂਰ ਇਸਤੇਮਾਲ ਕੀਤਾ ਜਾਵੇ। ਕਿਸੇ ਵੀ ਕਾਰਨ ਕਰਕੇ ਵੋਟ ਜਿਹੜੀ ਹੈ ਉਹ ਨਾ ਛੱਡੀ ਜਾਵੇ, ਕਿ ਨਾ ਪਾਈ ਜਾਵੇ ਇਸੇ ਤਰ੍ਹਾਂ ਦੇ ਨਾਲ, ਕਿਉਂਕਿ ਇਸ ਵਾਰ ਵੈਸੇ ਵੀ ਮਹਾ ਮੁਕਾਬਲਾ ਹੈ। ਇੱਕ ਵੋਟ ਦੀ ਕੀਮਤ ਜਿਹੜੀ ਹੈ ਉਹ ਬੇहद ਜ਼ਿਆਦਾ ਅਹਿਮ ਰਹੇਗੀ, ਕਿਉਂਕਿ ਇਸ ਵਾਰ ਦਿਲਚਸਪ ਜ਼ਿਆਦਾ ਤਾਂ ਹੈ। ਪਹਿਲਾਂ ਅਕਾਲੀ ਦਲ ਔਰ ਕਾਂਗਰਸ ਔਰ 2017 ਚ ਆਮ ਆਦਮੀ ਪਾਰਟੀ ਵੀ ਤੀਜੇ ਬਦਲ ਦੇ ਤੌਰ ਤੇ ਆਈ ਸੀ, ਤਾਂ 3 ਪਾਰਟੀਆਂ ਸਨ, ਪਰ ਇਸ ਵਾਰ 5 ਅਹਿਮ ਪਾਰਟੀਆਂ ਕਹਿ ਸਕਦੇ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਸੰਯੁਕਤ ਦਾ ਗੱਠਜੋੜ, ਤਾਂ 5ਵੇਂ ਨੰਬਰ ਤੇ SSM ਵੀ ਹੈ, ਯਾਨੀ ਕਿ ਕਿਸਾਨਾਂ ਦੀ ਪਾਰਟੀ ਵੀ ਹੈ। ਸੋ ਬਹੁਤ ਸਾਰੇ ਆਪਸ਼ਨ ਨੇ ਲੋਕਾਂ ਦੇ ਕੋਲ। ਸੋ ਪੰਜਾਬ ਦੇ ਵਿੱਚ ਮੁਕਾਬਲਾ ਦਿਲਚਸਪ ਹੈ। 17 ਦੇ ਨਾਲੋਂ 22 ਦੀ ਤਸਵੀਰ ਬਿਲਕੁਲ ਵੱਖਰੀ ਹੈ। 17 ਦੇ ਮੁਕਾਬਲੇ ਆਪਸ਼ਨ ਬਦਲ ਲੋਕਾਂ ਦੇ ਕੋਲ ਜ਼ਿਆਦਾ ਨੇ ਤੇ ਹੁਣ ਲੋਕਾਂ ਨੇ ਤੈਅ ਕਰਨਾ, ਸੂਬੇ ਦੀ ਜਨਤਾ ਨੇ ਤੈਅ ਕਰਨਾ ਹੈ ਕਿ ਕੱਲ EVM ਤੇ ਕਿਹੜਾ ਬਟਨ ਦਬਾਉਣਾ ਹੈ, ਕਿਸ ਪਾਰਟੀ ਦੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਬਟਨ ਦਬਾਉਣਾ ਹੈ। ਤੇ 10 ਮਾਰਚ ਨੂੰ ਸਾਫ਼ ਹੋਵੇਗਾ ਕਿ ਸਭ ਤੋਂ ਜ਼ਿਆਦਾ ਕਿਸ ਦੇ ਹੱਕ ਦੇ ਵਿੱਚ ਬਟਨ ਦਬਾਇਆ ਗਿਆ ਤੇ ਉਹ ਬਟਨ ਹੀ ਤੈਅ ਕਰੇਗਾ। EVM ਦੇ ਵਿੱਚ ਜਿਹੜੀ ਕਿਸਮਤ ਦਾ ਫੈਸਲਾ ਉਹ ਕੱਲ ਨੂੰ ਕੈਦ ਹੋ ਜਾਵੇਗਾ, ਕਿਉਂਕਿ 1304 ਉਮੀਦਵਾਰ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਤੇ ਇਹਨਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕੱਲ। ਸੂਬੇ ਦੀ ਜਨਤਾ ਤੈਅ ਕਰੇਗੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ। ਤੇ ਅਸੀਂ ਦਰਸ਼ਕਾਂ ਨੂੰ ਵੀ, ਸੂਬੇ ਦੀ ਜਨਤਾ ਨੂੰ ਵੱਧ ਤੋਂ ਵੱਧ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਤੇ ਤੁਹਾਡੀ ਪਾਈ ਹੋਈ ਵੋਟ ਹੀ ਤੈਅ ਕਰੇਗੀ ਕਿ ਆਖਿਰਕਾਰ ਸਰਕਾਰ ਕਿਸ ਦੀ ਬਣੇਗੀ। 2022 ਦੇ ਸਿੰਘਾਸਣ ਤੱਕ ਦਾ, ਸੀਐਮ ਦੀ ਕੁਰਸੀ ਤੱਕ ਦਾ, ਸੱਤਾ ਤੱਕ ਦਾ ਸਫ਼ਰ ਕੌਣ ਤੈਅ ਕਰਦਾ ਹੈ। तो बिल्कुल खास तौर पर जेकर बजट की गल करिए तो 300 करोड़ तो ज्यादा का बजट है जिहड़ा पंजाब दी चोणां दे विच वरतिया जा रहा है और इस तो इलावा काफी तैयारियां मुकम्मल है। सो चोण प्रचार तो गल की जाए उस तो बाद सियासतदानां दे वल्लों पूरे तौर पर तैयारी है तो दूसरे पासे परमात्मा के दर से भी अरदास की जा रही है, क्योंकि परमात्मा नूं हर कोई याद करता है और अरदास यही है कि लोगों के दिलों च असीं राज करिए, लोग जिहड़े ने साडे वोट जिहड़ी है साडे हक दे विच पुगतण। परमात्मा दा ओट आसरा लै जा रहे, अरदास दुआही की जा रही है कि वाहिगुरू परमात्मा कामयाबी बख्शे, क्योंकि इस बार मुकाबला बहुत दिलचस्प है। 17 ਦੇ ਨਾਲੋਂ 22 ਦੀ ਤਸਵੀਰ ਬਿਲਕੁਲ ਵੱਖਰੀ ਹੈ। ਤੁਹਾਨੂੰ ਦੋ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਜਿੱਥੇ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕਤਲਗੜ੍ਹ ਸਾਹਿਬ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਨੇ। ਉੱਥੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧਰਮ ਪਤਨੀ ਜਿਹੜੇ ਕਿ ਲੋਕ ਸਭਾ ਮੈਂਬਰ ਵੀ ਨੇ ਉਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ। ਦੁਆ ਕੀਤੀ ਹੈ, ਅਰਦਾਸ ਕੀਤੀ ਹੈ ਕਿ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ 2022 ਦੇ ਸਿਆਸੀ ਮੈਦਾਨ ਦੇ ਵਿੱਚ ਸਫਲਤਾ ਦੇਵੇ, ਕਾਮਯਾਬੀ ਦੇਵੇ। ਸੋ ਪਰਮਾਤਮਾ ਦਾ, ਵਾਹਿਗੁਰੂ ਦਾ ਓਟ ਆਸਰਾ ਲਿਆ ਜਾ ਰਿਹਾ ਹੈ। ਦੋ ਤਸਵੀਰਾਂ ਤੁਹਾਨੂੰ ਵਿਖਾ ਰਹੇ, ਇੱਕ ਪਾਸੇ ਚਰਨਜੀਤ ਚੰਨੀ ਜਿਹੜੇ ਕਿ ਗੁਰੂ ਘਰ ਕਤਲਗੜ੍ਹ ਸਾਹਿਬ ਨਤਮਸਤਕ ਹੋਏ ਨੇ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ। ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ। बिल्कुल हर तरह की जिहड़ी सियासत है वो इस वेले वेखण नूं मिली। जुबानी जंग भी जिहड़ी है काफ़ी गरमाई। इस तो पहला चोण प्रचार तो पहला की गल की जाए तो काफ़ी हालात जिहड़े ने वो सियासती गरमाउंदे हुए नजर आए, सियासत भखदी हुई नजर आई। कई तरह के अहम मुद्दे सन, खास तौर पर जो किसानी की गल करिए, अंदोलन चल रहा सी तो बीजेपी के लिए भारू होया सी कि किवें उन्हां दे लई हालात ठीक करे जाण। सो एक बार सुन लैंदे आ नतमस्तक होके की कुछ कह रहे हैं सियासतदान। मैं हमेशा ही अक्सर चमकौर साहब, कतलगढ़ साहब गुरुद्वारा साहब चाਹੁੰਦਾ ਹਾਂ। ਸ਼ਹੀਦਾਂ ਸਿੰਘਾਂ ਦੀ ਧਰਤੀ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਿੰਘਾਂ ਦੇ ਨਾਲ ਇੱਥੇ ਸ਼ਹੀਦ ਹੋਏ। ਸੋ ਸਾਡੇ ਚਮਕੌਰ ਸਾਹਿਬ ਦੇ ਬਾਰੇ ਚ ਕਿਹਾ, ਅੱਲਾ यार खाने के घर एक हिंद में तीर्थ है यात्रा के लिए, कटाए बाप ने बच्चे जहां खुदा के लिए, चमक है मेहर की है चमकौर तेरे जर्रों में, सियारे यहीं से गए आसमां के लिए। सो उस धरती ते मैनू सेवा करने का मौका मिलिया। मैं गुरु साहब का शुकराना करन आया होया ते अरदास भी की है कि परमात्मा जिस तरह पहला सेवा लई अगे वास्ते सेवा देण दी कृपालता करे। सो यही मेरा थीम सी। शुकराना करने वास्ते आए। श्रोमणी अकाली दल ने जो जंग लड़ी, सारे वर्करां ने बड़ी मेहनत की
परमात्मा के चरणों 'ਚ दास बेनती करना है कि परमात्मा मेहर रखन। ਸੋ ਸਿਆਸਤਦਾਨਾਂ ਦੇ ਵੱਲੋਂ, ਦਿਗਜਾਂ ਦੇ ਵੱਲੋਂ, ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਪ੍ਰਮਾਤਮਾ ਦਾ ਵਾਹਿਗੁਰੂ ਦਾ ਓਟ ਆਸਰਾ ਲਿਆ ਜਾ ਰਿਹਾ ਕਿਉਂਕਿ ਕੱਲ ਪੰਜਾਬ ਵਾਸਤੇ, ਪੰਜਾਬ ਦੀ ਸਿਆਸਤ ਵਾਸਤੇ, ਲੋਕਾਂ ਵਾਸਤੇ ਬਹੁਤ ਵੱਡਾ ਦਿਨ ਹੈ। ਕੱਲ ਤੈਅ ਕਰਨਗੇ ਸੂਬੇ ਦੇ ਵੋਟਰ ਕਿ ਆਖਿਰਕਾਰ ਕਿਸ ਨੂੰ ਫਤਵਾ ਦੇਣਾ ਤੇ ਕੌਣ ਸੱਤਾ ਤੱਕ ਦਾ ਸਫ਼ਰ ਤੈਅ ਕਰੇਗਾ। ਬਿਲਕੁਲ ਸੋ ਗੱਲ ਕਰਦੇ ਹਾਂ, ਅੱਗੇ ਵਧਦੇ ਹਾਂ ਕਿ ਇੱਕ ਸੀਟ ਦਾ ਜ਼ਿਕਰ ਕਰ ਰਹੇ ਹਾਂ ਤਾਂ ਕਿ ਕੱਲ ਤੁਸੀਂ VOTING ਕਰਨੀ ਹੈ ਔਰ ਕੱਲ ਸਵੇਰੇ VOTING ਤੋਂ ਪਹਿਲਾਂ ਇੱਕ ਸੀਟ ਜਿਹੜੀ ਹੈ ਉਸ ਤੇ ਨਿਗਾਹ ਜ਼ਰੂਰ ਮਾਰੀ ਜਾਵੇ। ਇੱਕ ਵਾਰ ਤੁਸੀਂ ਵੇਖ ਸਕਦੇ ਹੋ ਪਟਿਆਲਾ ਦਿਹਾਤੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਜੇਕਰ ਇੱਥੋਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਬ੍ਰਹਮ ਮਹਿੰਦਰਾ ਦੇ ਬੇਟੇ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਮੋਹਿਤ ਮਹਿੰਦਰਾ ਕਾਂਗਰਸ ਤੋਂ ਜਿਹੜੇ ਨੇ ਉਹ ਇਸ ਵਾਰ ਉਮੀਦਵਾਰ ਪਟਿਆਲਾ ਦਿਹਾਤੀ ਤੋਂ। ਅਗਲੀ ਸੀਟ ਪਟਿਆਲਾ ਦਿਹਾਤੀ ਹਲਕੇ ਦੀ ਤੁਹਾਨੂੰ ਅਸੀਂ ਤਸਵੀਰ ਵਿਖਾ ਰਹੇ ਹਾਂ, ਵਿਸਥਾਰ ਦੇ ਨਾਲ ਤਸਵੀਰ ਦੱਸ ਰਹੇ ਹਾਂ ਕਿ ਅਸੀਂ ਕੌਣ ਕਿਸ ਪਾਰਟੀ ਦਾ ਚਿਹਰਾ ਚੋਣ ਮੈਦਾਨ ਦੇ ਵਿੱਚ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਮੋਹਿਤ ਮਹਿੰਦਰਾ। ਅਕਾਲੀ ਦਲ ਦੇ ਵੱਲੋਂ ਜਸਪਾਲ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਤੇ PLC ਪੰਜਾਬ ਲੋਕ ਕਾਂਗਰਸ ਯਾਨੀ ਕੈਪਟਨ ਅਮਰਿੰਦਰ ਦੀ ਪਾਰਟੀ ਦੇ ਉਮੀਦਵਾਰ ਨੇ ਸੰਜੀਵ ਸ਼ਰਮਾ। ਬਿਲਕੁਲ ਖਾਸ ਤੌਰ ਤੇ ਜੇਕਰ ਇਹਨਾਂ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਅਲਾਈਅੰਸ, ਜੇਕਰ PLC ਦੀ ਗੱਲ ਕਰਦੇ ਹਾਂ ਤਾਂ ਭਾਜਪਾ ਗੱਠਜੋੜ ਸੰਯੁਕਤ ਤੇ ਉਹਨਾਂ ਦਾ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਹੈ ਉਹ ਗੱਠਜੋੜ ਕੀਤਾ ਗਿਆ ਤਾਂ ਇਹ ਸੀ ਜਿਹੜੀ PLC ਦੇ ਖਾਤੇ ਆਈ ਹੈ। ਤਾਂ ਖਾਸ ਦਿਲਚਸਪ ਹੈ ਕਿ ਮਹਿੰਦਰਾ ਹੋਰਾਂ ਦੇ ਵੱਲੋਂ ਆਪਣੇ ਬੇਟੇ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ। ਹੁਣ ਗੱਲ ਕਰਦੇ ਹਾਂ 2017 ਦੇ ਨਤੀਜਿਆਂ ਦੀ ਕਿ 2017 ਤੇ ਇਹਨਾਂ ਇਸ ਸੀਟ ਨੂੰ ਲੈ ਕੇ ਨਤੀਜੇ ਕਿਸ ਤਰ੍ਹਾਂ ਦੇ ਰਹੇ। ਬ੍ਰਹਮ ਮਹਿੰਦਰਾ ਜੇਤੂ ਰਹਿੰਦੇ ਨੇ, ਜਿੱਤ ਦਰਜ ਕਰਦੇ ਨੇ। ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਮਾਰਜਨ ਦੇ ਨਾਲ ਉਹਨਾਂ ਦੇ ਵੱਲੋਂ ਜਿੱਤ ਦਰਜ ਕੀਤੀ ਜਾਂਦੀ ਹੈ। ਪਟਿਆਲਾ ਸੀਟ ਤੋਂ 68,891 ਜਿਹੜੀਆਂ ਨੇ ਟੋਟਲ ਵੋਟਾਂ ਪੈਂਦੀਆਂ ਨੇ। ਜੇਕਰ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ 47.30% ਵੋਟਾਂ ਹਾਸਲ ਹੁੰਦੀਆਂ ਨੇ ਬ੍ਰਹਮ ਮਹਿੰਦਰਾ ਨੂੰ, ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ। ਤੇ ਦੂਜੇ ਨੰਬਰ ਦੀ ਪਾਰਟੀ ਆਮ ਆਦਮੀ ਪਾਰਟੀ ਰਹੀ ਹੈ ਕਿਉਂਕਿ ਇਸ ਵਾਰ ਵੀ ਕੜਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਜਾ ਰਿਹਾ। ਸੋ ਦੂਜੇ ਨੰਬਰ ਤੇ ਕਰਨਵੀਰ ਸਿੰਘ ਟਿਵਾਣਾ ਰਹੇ ਨੇ। 41,662 ਵੋਟਾਂ ਉਹਨਾਂ ਨੂੰ ਮਿਲੀਆਂ ਸੀਗੀਆਂ ਔਰ ਉਸ ਤੋਂ ਬਾਅਦ ਤੀਸਰੇ ਨੰਬਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ 30,000 ਵੋਟਾਂ ਉਹਨਾਂ ਨੇ ਹਾਸਲ ਕੀਤੀਆਂ। 28 ਤੇ 21% ਬਹੁਤਾ ਜ਼ਿਆਦਾ ਫਾਸਲਾ ਨਹੀਂ ਸੀ ਆਮ ਆਦਮੀ ਪਾਰਟੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਪਰ ਤੀਜੇ ਨੰਬਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਬਣੀ। ਤੇ ਇਸ ਵਾਰ ਕਿਸ ਨੂੰ ਮਿਲੇਗੀ ਸੱਤਾ, ਕਿਸ ਦੇ ਹੱਥੇ ਸੀਟ ਆਵੇਗੀ, ਇਸ ਤੇ ਦੇਖਦੇ ਹਾਂ ਰਿਪੋਰਟ ਸਾਡੇ ਪੱਤਰਕਾਰ ਦੇ ਵੱਲੋਂ। ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪਟਿਆਲਾ ਦਿਹਾਤੀ ਦੇ ਵਿੱਚ 2.25 ਲੱਖ ਦੇ ਕਰੀਬ ਵੋਟਰ ਨੇ ਜਿਹੜੇ ਆਪਣੇ ਉਮੀਦਵਾਰ ਦੀ ਚੋਣ ਕਰਨ ਜਾ ਰਹੇ ਨੇ। ਪਟਿਆਲਾ ਦੇ ਵਿੱਚ 2017 ਜਿਹੜੀ ਦਿਹਾਤੀ ਸੀਟ ਹੈ ਉੱਥੋਂ ਬ੍ਰਹਮ ਮਹਿੰਦਰਾ ਨੇ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਪਰ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਅਤੇ ਇਸ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਉਹਨਾਂ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਦੇ ਵੱਲੋਂ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਬੀਰ ਚੋਣ ਮੈਦਾਨ ਦੇ ਵਿੱਚ ਨੇ। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਏਗੀ ਕਿ ਇੱਥੋਂ ਦੇ ਜਿਹੜੇ ਵੋਟਰ ਨੇ ਇਸ ਵਾਰ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਫਤਵਾ ਦਿੰਦੇ ਨੇ। ਪਰ ਜਿੰਨਾ ਸਮਾਂ ਚੋਣ ਪ੍ਰਚਾਰ ਚੱਲਿਆ ਸਾਰੇ ਉਮੀਦਵਾਰਾਂ ਨੇ ਆਪਣੀ ਪਾਰਟੀ ਦੇ ਵੱਲੋਂ ਹਲਕੇ ਦੇ ਵਿੱਚ ਪੂਰੇ ਜੋਸ਼ ਦੇ ਨਾਲ ਚੋਣ ਪ੍ਰਚਾਰ ਕੀਤਾ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਅਗਲੇ ਹਲਕੇ ਦੀ, ਅਗਲੀ ਸੀਟ ਦੀ। ਉਹ ਸੀਟ ਹੈ ਲੁਧਿਆਣਾ ਵੈਸਟ। ਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਫਿਲਹਾਲ ਦੀ ਤਸਵੀਰ ਕੀ ਹੈ, ਕਿਸ ਪਾਰਟੀ ਦੇ ਵੱਲੋਂ ਕਿਸ ਚਿਹਰੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬਿਲਕੁਲ ਸਵਾਲ ਤੇ ਵੇਖਦੇ ਹਾਂ ਕਿ ਆਖਿਰਕਾਰ ਇਸ ਵਾਰ ਜਿਹੜਾ ਚੋਣ ਮੁਕਾਬਲਾ ਕਿਸ ਦੇ ਵਿੱਚ ਹੈ। ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਮੀਦਵਾਰ ਜਿਹੜੇ ਕਾਂਗਰਸ ਤੋਂ ਐਲਾਨੇ ਗਏ ਨੇ, ਇੱਕ ਵੱਡਾ ਆਧਾਰ ਰੱਖਦੇ ਨੇ। ਜੇਕਰ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਦੂਸਰੇ ਪਾਸੇ ਮਹੇਸ਼ਿੰਦਰ ਗਰੇਵਾਲ, ਇਹ ਵੀ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਤਾਂ ਮਜ਼ਬੂਤ ਟੱਕਰ ਪਿਛਲੀ ਵਾਰ ਵੀ ਦਿੱਤੀ ਗਈ ਸੀ, ਇਸ ਵਾਰ ਵੀ ਇਹਨਾਂ ਦੇ ਵੱਲੋਂ ਜਿਹੜਾ ਚੋਣ ਮੈਦਾਨ ਤੇ ਉਤਾਰਿਆ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਗੋਗੀ ਤੇ ਦਾਅ ਖੇਡਿਆ ਗਿਆ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। बीजेपी ਦੇ ਉਮੀਦਵਾਰ ਨੇ ਐਡਵੋਕੇਟ ਵਿਕਰਮ ਸਿੰਘ ਸਿੱਧੂ। ਹੁਣ ਸਵਾਲ ਹੈ ਕਿ ਲੁਧਿਆਣਾ ਪੱਛਮੀ ਸੀਟ ਤੋਂ ਬਾਜ਼ੀ ਕੌਣ ਮਾਰਦਾ ਹੈ। ਹਲਕੇ ਦੇ ਵੋਟਰ ਕੱਲ ਤੈਅ ਕਰਨਗੇ ਕਿ ਆਖਿਰਕਾਰ ਕਿਸ ਦੇ ਹੱਕ ਦੇ ਵਿੱਚ, ਕਿਸ ਉਮੀਦਵਾਰ ਦੇ ਹੱਕ ਦੇ ਵਿੱਚ EVM ਦਾ ਬਟਨ ਦਬਾਉਣਾ ਤੇ ਉਸ ਤੋਂ ਬਾਅਦ 10 ਮਾਰਚ ਨੂੰ ਸਾਫ਼ ਹੋ ਜਾਵੇਗਾ ਕਿ ਕੌਣ ਇਸ ਹਲਕੇ ਤੋਂ ਜਿੱਤ ਦਰਜ ਕਰਦਾ ਹੈ। ਬਿਲਕੁਲ ਸਰ, ਪਿਛਲੀ ਵਾਰ ਦੇ ਜ਼ਰੂਰ ਨਤੀਜੇ ਇੱਕ ਵਾਰ ਵੇਖ ਲਵਾਂਗੇ ਕਿ 2017 ਦੇ ਵਿੱਚ ਜਨਤਾ ਨੇ ਕੀ ਨਤੀਜੇ ਦਿੱਤੇ ਸੀ। ਸਭ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਕਿਉਂਕਿ ਕੈਬਨਿਟ ਮੰਤਰੀ ਤਾਈਓ ਬਣੇ ਜਦੋਂ ਇਹਨਾਂ ਨੂੰ 66,627 ਵੋਟਾਂ ਪਈਆਂ ਤੇ 54% ਵੋਟ ਇਹਨਾਂ ਦੇ ਖਾਤੇ ਦੇ ਵਿੱਚ ਗਈ। ਦੂਸਰੇ ਨੰਬਰ ਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਥਾਵਾਂ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਦੂਜੇ ਨੰਬਰ ਦੀ ਪਾਰਟੀ ਰਹੀ ਹੈ। ਇੱਥੇ ਵੀ ਹਬਾਬ ਸਿੰਘ ਗਰੇਵਾਲ ਨੇ ਚੋਣ ਜਿਹੜੀ ਹੈ ਉਹ ਦੂਜੇ ਨੰਬਰ ਦੀ ਪਾਰਟੀ ਤੇ ਰਹਿ ਕੇ ਉਹ 30,000 ਵੋਟ ਲੈਂਦੇ ਹੋਏ ਨਜ਼ਰ ਆਏ ਸੀ। ਤਾਂ ਕਮਲ ਚਾਟਲੀ ਹੋਰਾਂ ਦੇ ਵੱਲੋਂ 22,620 ਵੋਟਾਂ ਹਾਸਲ ਕੀਤੀਆਂ ਗਈਆਂ। ਤਾਂ ਤੀਜੇ ਨੰਬਰ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਰਹੀ ਹੈ। ਔਰ ਇਸ ਵਾਰ ਦੇਖਦੇ ਹਾਂ ਕਿ ਇਸ ਸੀਟ ਤੇ ਕੀ ਕੁਝ ਨਤੀਜੇ ਰਹਿਣਗੇ ਔਰ ਹਲਕੇ ਦੇ ਲੋਕ ਕੀ ਕੁਝ ਵਿਚਾਰ ਕਰ ਰਹੇ ਨੇ, ਉਹਨਾਂ ਦੇ ਵੱਲੋਂ ਕੀ ਕੁਝ ਸੋਚਿਆ ਜਾ ਰਿਹਾ, ਕਿਹੜੀ ਪਾਰਟੀ ਨੂੰ ਮੌਕਾ ਮਿਲੇਗਾ। ਵੇਖਦੇ ਹਾਂ ਰਿਪੋਰਟਰ ਦੀ ਗਰਾਊਂਡ ਰਿਪੋਰਟ ਕੀ ਕਹਿੰਦੀ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਵੈਸਟ, ਇਸ ਹਲਕੇ ਤੇ ਫਿਲਹਾਲ ਕਾਂਗਰਸ ਦਾ ਕਬਜ਼ਾ ਹੈ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 2 ਵਾਰ ਵਿਧਾਇਕ ਚੁਣੇ ਗਏ ਤੇ ਇਸ ਵਾਰ ਕੈਬਨਿਟ ਮੰਤਰੀ ਤੱਕ ਜਾ ਬਣੇ।
ਔਰ ਭਾਰਤ ਭੂਸ਼ਣ ਆਸ਼ੂ ਦੇ ਸਾਹਮਣੇ ਅਕਾਲੀ ਦਲ ਨੇ ਸਾਬਕਾ ਮੰਤਰੀ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ। ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਗੋਗੀ ਨੂੰ ਆਪਣਾ ਉਮੀਦਵਾਰ ਬਣਾਇਆ ਤੇ ਬੀਜੇਪੀ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਆ। ਬੀਜੇਪੀ ਨੇ ਐਡਵੋਕੇਟ ਵਿਕਰਮ ਸਿੱਧੂ ਨੂੰ ਆਪਣਾ ਉਮੀਦਵਾਰ ਬਣਾਇਆ। ਸ਼ਹਿਰੀ ਹਲਕਾ, ਹਾਲਾਂਕਿ ਕੁਝ ਪਿੰਡ ਵੀ ਇਸ ਹਲਕੇ ਦੇ ਅੰਦਰ ਆਉਂਦੇ ਨੇ, ਪਰ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਇਹ ਇਲਾਕਾ, ਕਿਤੇ ਨਾ ਕਿਤੇ ਇੰਡਸਟਰੀ ਨਾਲ ਜੁੜੇ ਚੋਣ ਮੁੱਦਿਆਂ ਤੇ ਇੱਥੇ ਸਿਆਸਤ ਹੁੰਦੀ ਆ। ਫਿਲਹਾਲ ਕਾਂਗਰਸ ਦੇ ਕਬਜ਼ੇ ਦੀ ਇਸ ਸੀਟ ਤੇ ਬਾਕੀ ਪਾਰਟੀਆਂ ਕਿੰਨੀਆਂ ਕੁ ਮਜ਼ਬੂਤ ਸਾਬਤ ਹੋਣਗੀਆਂ, ਸਮਾਂ ਦੱਸੇਗਾ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਲੁਧਿਆਣਾ। ਸੋ ਇਸ ਤੋਂ ਬਾਅਦ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਹੁਣ ਹੌਟ ਸੀਟ ਦੀ। ਇਸ ਵਾਰ ਹੌਟ ਸੀਟ ਹੈ ਅੰਮ੍ਰਿਤਸਰ ਈਸਟ ਦੀ ਸੀਟ। ਸਭ ਦੀਆਂ ਨਜ਼ਰਾਂ ਉਸ ਤੇ ਬਣੀਆਂ ਹੋਈਆਂ ਨੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤਾਂ ਦੂਜੇ ਪਾਸੇ ਵਿਕਰਮ ਮਜੀਠੀਆ, ਯਾਨੀ ਕਿ ਮਾਝੇ ਦੇ ਜਰਨੈਲ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਸੋ ਉਸ ਦਾ ਜ਼ਿਕਰ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਤਾਂ ਵਿਕਰਮ ਮਜੀਠੀਆ, ਦੋਵਾਂ ਦੇ ਵਿੱਚ ਇਸ ਵੇਲੇ ਦਿਲਚਸਪ ਤੇ ਵੱਡੀ ਟੱਕਰ ਹੈ। ਮੁਕਾਬਲਾ ਵੀ ਜਿਹੜਾ ਨਤੀਜਾ ਵੀ ਉਹ ਵੀ ਦਿਲਚਸਪ ਆਏਗਾ। ਸਭ ਤੋਂ ਜ਼ਿਆਦਾ ਹੌਟ ਸੀਟ ਹੈ ਪੰਜਾਬ ਦੀ, ਕਿਉਂਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਸੀਟ ਤੇ ਟਿਕੀਆਂ ਹੋਈਆਂ ਨੇ ਤੇ ਪੂਰੇ ਸਿਆਸਤਦਾਨ, ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵੀ ਦਿੱਗਜ ਨੇ, ਨਜ਼ਰਾਂ ਇੱਥੇ ਨੇ ਕਿ ਆਖਿਰਕਾਰ ਬਾਜ਼ੀ ਕੌਣ ਮਾਰਦਾ ਹੈ, ਕਿਉਂਕਿ ਦੋ ਪਾਰਟੀਆਂ ਦੇ ਵੱਡੇ ਧੁਰੰਧਰ, ਵੱਡੇ ਦਿੱਗਜ ਚੋਣ ਮੈਦਾਨ ਦੇ ਵਿੱਚ ਨੇ। ਅਕਾਲੀ ਦਲ ਦੇ ਉਮੀਦਵਾਰ ਨੇ ਵਿਕਰਮ ਮਜੀਠੀਆ, ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਨਵਜੋਤ ਸਿੰਘ ਸਿੱਧੂ, ਉੱਥੇ ਬੀਜੇਪੀ ਦੇ ਉਮੀਦਵਾਰ ਨੇ ਡਾਕਟਰ ਜਗਮੋਹਨ ਸਿੰਘ ਰਾਜੂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਜੀਵਨਜੋਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਹੁਣ ਸਵਾਲ ਹੈ ਆਖਿਰਕਾਰ ਕਿ ਕੌਣ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਬਾਜ਼ੀ ਮਾਰਦਾ ਹੈ। ਬਿਲਕੁਲ, ਜੀਵਨਜੋਤ ਕੌਰ ਦੀ ਗੱਲ ਕਰੀਏ ਤਾਂ ਕਹਿ ਸਕਦੇ ਆ ਵੱਡੇ ਧੁਰੰਧਰਾਂ ਦੇ ਵਿੱਚ ਇੱਕ ਮਹਿਲਾ ਉਮੀਦਵਾਰ ਹੈ ਤੇ ਵੇਖਣਾ ਹੋਵੇਗਾ ਮਹਿਲਾ ਨੂੰ ਕਿੰਨਾ ਪਸੰਦ ਇੱਥੇ ਹਲਕੇ ਦੇ ਲੋਕ ਕਰਦੇ ਨੇ। ਪਿਛਲੇ ਜਿਹੜੀਆਂ 2017 ਦੀਆਂ ਚੋਣਾਂ ਨੇ ਉਸ ਦੇ ਨਤੀਜੇ ਕੀ ਰਹੇ ਨੇ, ਇੱਕ ਵਾਰ ਉਸ ਤੇ ਜ਼ਰੂਰ ਨਜ਼ਰ ਪਾਵਾਂਗੇ ਕਿ ਪਿਛਲੀ ਵਾਰ ਨਤੀਜਾ ਕੀ ਸੀ, ਕੀ ਹਲਕੇ ਦੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਸੀ। ਔਰ ਰਿਜ਼ਲਟ ਇਹ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ 60000 ਵੋਟ ਜਿਹੜੀ ਹੈ ਹਾਸਲ ਕੀਤੀ ਗਈ। 2017 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੱਡੀ ਜਿੱਤ ਦਰਜ ਕੀਤੀ ਜਾਂਦੀ ਹੈ। 60477 ਵੋਟਾਂ ਹਾਸਲ ਹੁੰਦੀਆਂ ਨੇ। 61.01 ਵੋਟ ਸ਼ੇਅਰ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਦੇ ਖਾਤੇ ਦੇ ਵਿੱਚ। ਦੂਜੇ ਨੰਬਰ ਦੀ ਗੱਲ ਕੀਤੀ, ਦੂਜੇ ਨੰਬਰ ਤੇ ਬੀਜੇਪੀ ਦੇ ਉਮੀਦਵਾਰ ਰਾਜੇਸ਼ ਕੁਮਾਰ ਹਨੀ ਦੂਜੇ ਨੰਬਰ ਤੇ ਰਹਿੰਦੇ ਨੇ। ਸਿੱਧੂ ਦੇ ਮੁਕਾਬਲੇ 17666 ਵੋਟਾਂ ਹਾਸਲ ਹੁੰਦੀਆਂ ਨੇ ਤੇ ਵੋਟ ਸ਼ੇਅਰ ਜਾਂਦਾ ਹੈ 17.82% ਬੀਜੇਪੀ ਦੇ ਉਮੀਦਵਾਰ ਨੂੰ। तो बिल्कुल, और तीसरे नंबर की गल की जाए तो नतीजे जड़े ने दिलचस्प रहे। आम आदमी पार्टी तीजे नंबर की पार्टी रही है और इस बार की कुछ इत्थे हल्के के लोग कह रहे हैं काफी ज्यादा अहम है। और वेख लेने की कुछ कहती है रिपोर्ट ग्राउंड तो। ਨਗਰੀ ਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੀਟ ਇਸ ਵਾਰ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ, ਕਿਉਂਕਿ ਇੱਥੋਂ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਔਰ ਪਹਿਲੀ ਵਾਰ ਅਕਾਲੀ ਦਲ ਨੇ ਵਿਕਰਮ ਮਜੀਠੀਆ ਨੂੰ ਮੈਦਾਨ ਦੇ ਵਿੱਚ ਉਤਾਰਿਆ। ਤਾਂ ਇੱਕ ਵਾਰ ਫਿਰ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਹੀ ਦਾ ਖੇਡਿਆ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਜੀਵਨਜੋਤ ਕੌਰ ਮੁਕਾਬਲੇ ਦੇ ਵਿੱਚ ਨੇ। ਤਾਂ ਮੁਕਾਬਲਾ ਚੌਤਰਫਾ ਮੰਨਿਆ ਜਾ ਰਿਹਾ, ਕਿਉਂਕਿ ਜੇਕਰ ਅਸੀਂ ਬੀਜੇਪੀ ਦੀ ਵੀ ਗੱਲ ਕਰੀਏ ਤਾਂ ਬੀਜੇਪੀ ਨੇ ਇੱਕ ਐਸੇ ਅਧਿਕਾਰੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਤਾਮਿਲਨਾਡੂ ਦੇ ਵਿੱਚ ਚੀਫ ਸੈਕਟਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ। ਤਾਂ ਇਸ ਕਰਕੇ ਹਰ ਇੱਕ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਹ ਅੰਮ੍ਰਿਤਸਰ ਦੀ ਈਸਟ ਜਿਹੜੀ ਸੀਟ ਹੈ ਉਸ ਦੇ ਉੱਪਰ ਜਿੱਤ ਹਾਸਲ ਕਰੇਗੀ। ਤਾਂ ਹਰ ਇੱਕ ਪੰਜਾਬੀ ਦੀ ਨਜ਼ਰ ਇਸ ਸੀਟ ਦੇ ਉੱਪਰ ਟਿਕੀ ਹੋਈ ਹੈ, ਪਰ ਦੇਖਣਾ ਇਹ ਹੋਏਗਾ ਕਿ ਅੰਮ੍ਰਿਤਸਰ ਪੂਰਬੀ ਦੇ ਲੋਕ ਇਸ ਵਾਰ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਪਾ ਕੇ ਉਸ ਨੂੰ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਸੋ ਪੰਜਾਬ ਦੀ ਸਭ ਤੋਂ ਜ਼ਿਆਦਾ ਹੌਟ ਸੀਟ ਅੰਮ੍ਰਿਤਸਰ ਪੂਰਬੀ ਸੀਟ ਦਾ ਅਸੀਂ ਵਿਸ਼ਲੇਸ਼ਣ ਕੀਤਾ, ਕਿਉਂਕਿ ਨਜ਼ਰਾਂ ਪੂਰੇ ਪੰਜਾਬ ਦੀਆਂ ਨੇ ਕਿ ਆਖਿਰਕਾਰ ਕੱਲ ਇਸ ਹਲਕੇ ਦੇ ਵੋਟਰ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ। ਗੱਲ ਕਰਦੇ ਹਾਂ ਅਗਲੀ ਸੀਟ ਦੀ। बिल्कुल, अगली सीट की गल की जाए तो अमृतसर नॉर्थ सीट है, यानी कि अमृतसर उत्तरी सीट है। और इत्थों अनिल जोशी जिहड़े ने श्रोमणी अकाली दल तो चोण मैदान दे विच ने। हालांकि पहला बीजेपी का चेहरा सन, पर जदों कानूनां नूं लैके मतभेद होए तां उन्हां दे वल्लों श्रोमणी अकाली दल दे विच शमूलियत की गई। तां इत्थों चोण मैदान दे विच उतारिया गया श्रोमणी अकाली दल दे वल्लों। उस तों बाद सुनील दत्ती आउंदे ने। सुनील दत्ती मौजूदा विधायक ने और उन्हां दे वल्लों फिर तो इत्थे जिहड़ी उम्मीदवारी है वो ठोकी गई है। पार्टी ने फिर तो विश्वास जताया। वेखना होएगा कि इस बार कितना विश्वास जिहड़ा लोक जताउंदे ने। तां तीजा दिलचस्प चेहरा कुंवर विजय प्रताप, खास तौर पर जेकर बेअदबी और कोटपुरा गोलीकांड की गल की जाए तो उस दे विच जांच नूं लैके बहुत तरह के सवाल उठे और रिपोर्ट भी इन्हां दे वल्लों तैयार की गई। तो उस वेले काफी ज्यादा अहम सुर्खियां दे विच कुंवर विजय प्रताप रहे ने। तो हुण लोग इन्हां ते कितना विश्वास करते हैं वो काफी दिलचस्प है। उस तो बाद सुखविंदर सिंह पिंटू जिहड़े ने बीजेपी तो चोण मैदान दे विच ने और इत्थों इस बार दिलचस्प मुकाबला तां भी है क्योंकि आम आदमी पार्टी दा एक वड्डा नॉन फेस कह सकते हैं
ਤਾਂ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਤੋਂ ਨੇ। ਹੁਣ ਗੱਲ ਕਰਦੇ ਹਾਂ 2017 ਦੀ। 2017 ਦੇ ਵਿੱਚ ਚੋਣਾਂ ਦੇ ਵਿੱਚ ਇਸ ਸੀਟ ਨੂੰ ਲੈ ਕੇ ਨਤੀਜੇ ਕਿਸ ਤਰ੍ਹਾਂ ਦੇ ਰਹੇ। ਸੁਨੀਲ ਦੱਤੀ ਮੌਜੂਦਾ ਵਿਧਾਇਕ ਨੇ ਇੱਕ ਵਾਰ ਫਿਰ ਚੋਣ ਮੈਦਾਨ 'ਚ ਉਤਾਰਿਆ ਹੈ। 2017 ਦੇ ਵਿੱਚ ਜਿੱਤ ਦਰਜ ਕਰਦੇ ਨੇ, 59,212 ਵੋਟਾਂ ਹਾਸਲ ਹੁੰਦੀਆਂ ਨੇ ਸੁਨੀਲ ਦੱਤੀ ਨੂੰ। ਜੇਕਰ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਸੁਨੀਲ ਦੱਤੀ ਦੇ ਖਾਤੇ ਦੇ ਵਿੱਚ 50.56% ਵੋਟਾਂ ਹਾਸਲ ਹੁੰਦੀਆਂ ਨੇ। ਅਨਿਲ ਜੋਸ਼ੀ ਉਸ ਵੇਲੇ ਬੀਜੇਪੀ ਦਾ ਹਿੱਸਾ ਸਨ, ਬੀਜੇਪੀ ਦੇ ਉਮੀਦਵਾਰ ਸਨ। ਹਾਲਾਂਕਿ ਹੁਣ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਨੇ ਤੇ ਦੂਜੇ ਨੰਬਰ ਤੇ ਰਹਿੰਦੇ ਨੇ। 44,976 ਵੋਟਾਂ ਹਾਸਲ ਹੁੰਦੀਆਂ ਨੇ। ਤੀਜੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਤੀਜੇ ਨੰਬਰ ਤੇ ਉਮੀਦਵਾਰ ਰਹਿੰਦੇ ਨੇ ਆਮ ਆਦਮੀ ਪਾਰਟੀ ਦੇ ਮਨੀਸ਼ ਅਗਰਵਾਲ। ਬਿਲਕੁਲ, ਖਾਸ ਤੌਰ ਤੇ ਜੇਕਰ ਗੱਲ ਕਰੀਏ ਪਰਮਿੰਦਰ ਤਾਂ ਮਾਝੇ ਦੇ ਵਿੱਚ ਕਾਫੀ ਜ਼ਿਆਦਾ ਸੀਟਾਂ, ਜ਼ਿਆਦਾਤਰ ਸੀਟਾਂ ਕਾਂਗਰਸ ਨੇ ਹਾਸਿਲ ਕੀਤੀਆਂ ਸੀ ਤੇ ਇਸ ਵਾਰ ਜੇਕਰ ਮਾਝੇ ਦੀ ਗੱਲ ਕਰਦੇ ਆ ਤਾਂ ਕਾਫੀ ਜ਼ਿਆਦਾ ਨਜ਼ਰ ਵੀ ਬਣੀ ਹੋਈ ਹੈ। ਬਿਲਕੁਲ, ਇਸ ਵਾਰ ਚੁਣੌਤੀ ਵੀ ਵੱਡੀ ਹੈ ਕਿ ਜਿਹੜਾ 17 ਵਾਲਾ ਕਿਲਾ ਹੈ ਉਹ ਬਚਾਉਣ ਦੇ ਵਿੱਚ ਕਿੰਨੀ ਕੁ ਕਾਂਗਰਸ ਕਾਮਯਾਬ ਹੁੰਦੀ ਹੈ, ਕਿਉਂਕਿ ਮਾਝੇ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਨੇ। ਬਹੁਤ ਸਾਰੇ ਹੌਟ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਅੰਮ੍ਰਿਤਸਰ ਪੂਰਬੀ ਦੀ ਗੱਲ ਕੀਤੀ ਜਾਵੇ, ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 5 ਸਾਲਾਂ ਦੇ ਵਿੱਚ ਬਹੁਤ ਫੇਰ ਬਦਲ ਹੋਇਆ। ਕੋਈ ਕਿਸੇ ਪਾਰਟੀ ਦਾ ਆਗੂ ਸੀਗਾ, ਇਸ ਵਾਰ ਪਾਰਟੀ ਪਲੇਟਫਾਰਮ ਬਦਲ ਗਿਆ। ਪਰ ਸਵਾਲ ਹੈ ਕਿ ਆਖਿਰਕਾਰ ਇਸ ਸੀਟ ਤੋਂ ਬਾਜ਼ੀ ਕੌਣ ਮਾਰਦਾ ਹੈ, ਕੌਣ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਹੁੰਦਾ ਹੈ, ਕਿਉਂਕਿ ਕੱਲ ਸੂਬੇ ਦੀ ਜਨਤਾ ਨੇ, ਇਸ ਹਲਕੇ ਦੇ ਵੋਟਰਾਂ ਨੇ ਤੈਅ ਕਰਨਾ ਹੈ ਕਿ ਕਿਸ ਨੂੰ ਵੋਟ ਦੇਣੀ ਹੈ। ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਦੀ ਗੱਲ ਕਰੀਏ ਤੇ ਇਸ ਵਾਰੀ ਅੰਮ੍ਰਿਤਸਰ ਦੀ ਉੱਤਰੀ ਵਿਧਾਨ ਸਭਾ ਦਾ ਮੁਕਾਬਲਾ ਜ਼ਰੂਰ ਕੜਾ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਪਾਸੇ ਅਕਾਲੀ ਦਲ ਤੋਂ ਅਨਿਲ ਜੋਸ਼ੀ ਖੜੇ ਨੇ ਤੇ ਦੂਸਰੇ ਪਾਸੇ ਮੌਜੂਦਾ ਜਿਹੜੇ ਕਿ ਵਿਧਾਇਕ ਸੁਨੀਲ ਦੱਤੀ ਨੇ। ਉਤੋਂ ਆਮ ਆਦਮੀ ਪਾਰਟੀ ਤੋਂ ਵੀ ਇਸ ਵਾਰੀ ਇਹਨਾਂ ਨੂੰ ਕੜੀ ਟੱਕਰ ਮਿਲਣ ਦੀ ਸੰਭਾਵਨਾ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਦਾ ਦਾਮਨ ਫੜਿਆ ਤੇ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਚੁਣਾਵ ਲੜ ਰਹੇ ਨੇ। ਸੁਖਵਿੰਦਰ ਸਿੰਘ ਪਿੰਟੂ ਬੀਜੇਪੀ ਤੋਂ ਉਮੀਦਵਾਰ ਨੇ। 2017 ਦੀ ਗੱਲ ਕਰੀਏ ਤੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਦੇ ਵਿੱਚ ਮਨੀਸ਼ ਅਗਰਵਾਲ ਆਮ ਆਦਮੀ ਪਾਰਟੀ ਤੋਂ ਖੜੇ ਸੀ। ਹਾਲਾਂਕਿ ਮਨੀਸ਼ ਅਗਰਵਾਲ ਦੁਆਰਾ ਕੜਾ ਮੁਕਾਬਲਾ ਨਹੀਂ ਦਿੱਤਾ ਗਿਆ। ਸੋ ਕੈਬਨਿਟ ਮਿਨਿਸਟਰ ਅਨਿਲ ਜੋਸ਼ੀ ਸੀ, ਸੋ ਕਾਫੀ ਸਟਰੋਂਗ ਮੰਨੇ ਜਾਂਦੇ ਸੀ। ਲੇਕਿਨ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਦੇ ਵਿੱਚ ਜਿਹੜੀ ਵੀ ਪਾਰਟੀ ਦਾ ਨੁਮਾਇੰਦਾ ਜਿੱਤਦਾ ਹੈ ਉੱਪਰ ਸਰਕਾਰ ਉਸੇ ਪਾਰਟੀ ਦੀ ਬਣਦੀ ਹੈ। ਸੋ ਸੁਨੀਲ ਦੱਤੀ ਨੂੰ ਪਿਛਲੇ ਵਾਰੀ 2017 ਵਿਧਾਨ ਸਭਾ ਦੇ ਵਿੱਚ ਕਰੀਬ 59,000 ਵੋਟਾਂ ਮਿਲੀਆਂ ਸੀ। ਸੋ ਅਨਿਲ ਜੋਸ਼ੀ ਨੂੰ ਦੀ ਗੱਲ ਕਰੀਏ ਤਾਂ ਅਨਿਲ ਜੋਸ਼ੀ ਨੂੰ 44,000 ਵੋਟ ਮਿਲੀ ਸੀ। ਸੋ ਕਰੀਬ 15,000 ਵੋਟ ਨਾਲ ਸੁਨੀਲ ਦੱਤੀ ਜ਼ਰੂਰ ਵਿਧਾਇਕ ਬਣੇ ਸੀ। ਸੋ ਇਸ ਵਾਰੀ ਮੁਕਾਬਲਾ ਜ਼ਰੂਰ ਕੜਾ ਨਜ਼ਰ ਆ ਰਿਹਾ। ਅਨਿਲ ਜੋਸ਼ੀ ਨੇ ਵੀ ਕਾਫੀ ਮਿਹਨਤ ਕੀਤੀ ਹੈ ਤੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰੀਏ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ। ਸੁਨੀਲ ਦੱਤੀ ਮੌਜੂਦਾ ਵਿਧਾਇਕ ਨੇ, ਸੋ ਸੁਨੀਲ ਦੱਤੀ ਨੂੰ ਵੀ ਲੋਕਾਂ ਦਾ ਕਾਫੀ ਸਹਿਯੋਗ ਮਿਲਿਆ। ਲੇਕਿਨ ਇਸ ਵਾਰੀ ਚੁਣਾਵ ਜਿਹੜੇ ਕਿ 20 ਫਰਵਰੀ ਨੂੰ ਹੋਣੇ ਆ, ਸੋ ਲੋਕ ਕਿਸ ਨੂੰ ਆਪਣਾ ਨੁਮਾਇੰਦਾ ਚੁਣਦੇ ਨੇ, ਕਿਉਂਕਿ ਜਿਹੜਾ ਵੀ ਨੁਮਾਇੰਦਾ ਇਸ ਸੀਟ ਤੋਂ ਜਿੱਤਦਾ ਹੈ ਪੰਜਾਬ ਦੇ ਵਿੱਚ ਸਰਕਾਰ ਉਸੇ ਪਾਰਟੀ ਦੀ ਬਣਦੀ ਹੈ। ਅਮਿਤ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਸੋ ਲਗਾਤਾਰ ਵੱਖ-ਵੱਖ ਹਲਕਿਆਂ ਤੇ ਨਜ਼ਰ ਬਣੀ ਹੋਈ ਹੈ ਕਿ ਇਸ ਵਾਰ ਕਿਹੜੇ ਉਮੀਦਵਾਰ ਚੋਣ ਮੈਦਾਨ 'ਚ ਨੇ ਤਾਂ ਲੋਕ ਕਿਸ ਤੇ ਵਿਸ਼ਵਾਸ ਜਤਾਉਣਗੇ ਔਰ ਪਿਛਲੀ ਵਾਰ ਕੀ ਨਤੀਜੇ ਸਨ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ, ਜਲਦੀ ਵਾਪਸ ਆਵਾਂਗੇ।